ਆਪਾਂ ਕਰ ਲਾਂਗੇ ਬੋਹਰ ਮਾਡਲ, ਐਟਮ ਦਾ ਬੋਹਰ ਮਾਡਲ। ਬੋਹਰ ਹੁਣ ਆਪਾਂ ਪਤਾ ਆਪਾਂ ਇੰਨਾ ਪੜ੍ਹ ਚੁੱਕੇ ਸੀਗੇ ਕਿ ਐਟਮ ਦੇ ਵਿੱਚ ਇਲੈਕਟ੍ਰੋਨ ਹੁੰਦਾ ਹੈ, ਪ੍ਰੋਟੋਨ ਹੁੰਦਾ ਹੈ ਅਤੇ ਨਿਊਟਰੋਨ ਹੁੰਦਾ ਹੈ। ਤਿੰਨ ਚੀਜ਼ਾਂ ਹੁੰਦੀਆਂ ਨੇ। ਇਹ ਹੁਣ ਐਟਮ 'ਚ ਪਈਆਂ ਕਿਸ ਤਰ੍ਹਾਂ ਹੁੰਦੀਆਂ ਨੇ, ਇਹਦੇ ਬਾਰੇ ਜਿਹੜਾ ਮਾਡਲ ਆਇਆ ਸੀਗਾ ਉਹ ਕਿਹੜਾ ਆਇਆ ਸੀ? ਬੋਹਰ ਮਾਡਲ ਆਫ ਐਟਮ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਇਹ ਚੀਜ਼ਾਂ ਕਿਸ ਤਰ੍ਹਾਂ ਪਈਆਂ ਹੁੰਦੀਆਂ ਨੇ। ਦੱਸਦਾ ਵਾਂ ਤੁਹਾਨੂੰ, ਆ ਬਣਿਆ ਹੋਇਆ ਬੋਹਰ ਦਾ ਮਾਡਲ ਹੀ। ਉਹ ਕਹਿੰਦਾ ਐਟਮ ਦੇ ਵਿੱਚ ਨਾ, ਐਟਮ 'ਚ ਨਾ ਇੱਕ ਸੈਂਟਰ 'ਚ ਇੱਕ ਭਾਰੀ ਚੀਜ਼ ਹੁੰਦੀ ਹੈ, ਛੋਟੀ ਜਿਹੀ ਹੁੰਦੀ ਹੈ ਪਰ ਹੁੰਦੀ ਭਾਰੀ ਹੈ, ਜਿਹੜੀ ਆ ਦਿਖਾਈ ਗਈ ਹੈ। ਇਹਨੂੰ ਕਹਿੰਦੇ ਨਿਊਕਲੀਅਸ। ਕੀ ਕਹਿੰਦੇ ਹੈ? ਨਿਊਕਲੀਅਸ। ਨਿਊਕਲੀਅਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੁੰਦੀ ਹੈ? ਨਿਊਕਲੀਅਸ ਕਾਹਦਾ ਬਣਿਆ ਹੁੰਦਾ ਹੈ? ਪ੍ਰੋਟੋਨ ਦਾ ਬਣਿਆ ਹੁੰਦਾ ਹੈ ਤੇ ਨਿਊਟਰੋਨ ਦਾ ਬਣਿਆ ਹੁੰਦਾ ਹੈ। ਤੁਹਾਨੂੰ ਪਤਾ ਹੈ ਪ੍ਰੋਟੋਨ ਤੇ ਪਲੱਸ ਚਾਰਜ ਹੁੰਦਾ, ਨਿਊਟਰੋਨ ਤੇ ਜ਼ੀਰੋ ਚਾਰਜ ਹੁੰਦਾ। ਇਸ ਕਰਕੇ ਜੇ ਇਹ ਨਿਊਕਲੀਅਸ ਇਹਦੇ ਤੋਂ ਬਣਿਆ ਹੈ ਤੇ ਨਿਊਕਲੀਅਸ ਤੇ ਕਿਹੜਾ ਚਾਰਜ ਹੋ ਜਾਏਗਾ? ਪਲੱਸ ਚਾਰਜ ਹੋ ਜਾਏਗਾ। ਕਿਉਂਕਿ ਇਹਦੇ ਨਿਊਕਲੀਅਸ ਅੰਦਰ ਦੋ ਤਰ੍ਹਾਂ ਦੇ ਬੰਦੇ ਰਹਿੰਦੇ ਸੀ, ਇੱਕ ਚੰਗੀਆਂ ਗੱਲਾਂ ਕਰਦਾ ਸੀ, ਇੱਕ ਮਾੜੀ, ਇੱਕ ਬਿਲਕੁਲ ਕੋਈ ਗੱਲ ਹੀ ਨਹੀਂ ਕਰਦਾ ਸੀ। ਮਤਲਬ ਓਵਰਆਲ ਕਿਹੜੀ ਘਰ ਚੋਂ ਕਿੱਦਾਂ ਦੀ ਗੱਲਾਂ ਨਿਕਲਦੀਆਂ? ਚੰਗੀਆਂ ਗੱਲਾਂ, ਪੋਜ਼ੀਟਿਵ ਗੱਲਾਂ ਨਿਕਲਦੀਆਂ। ਇਸ ਕਰਕੇ ਨਿਊਕਲੀਅਸ ਕਿਹੜਾ ਚਾਰਜ ਹੈ? ਪਲੱਸ ਚਾਰਜ ਹੈ। ਠੀਕ ਹੈ ਜੀ, ਸਮਝ ਲੱਗੀ। ਪਹਿਲਾ ਪੁਆਇੰਟ ਤਾਂ ਇਹੀ ਹੈ ਬੋਹਰ ਦੇ ਮਾਡਲ ਦਾ ਕਿ ਐਟਮ 'ਚ ਸੈਂਟਰ 'ਚ ਨਿਊਕਲੀਅਸ ਪਿਆ ਹੁੰਦਾ ਹੈ ਅਤੇ ਜਿਹਦੇ ਵਿੱਚ ਕੀ ਹੁੰਦੇ ਹੈ? ਪ੍ਰੋਟੋਨ ਹੁੰਦੇ ਹੈ ਅਤੇ ਨਿਊਟਰੋਨ ਹੁੰਦੇ ਹੈ। ਅਤੇ ਪ੍ਰੋਟੋਨ 'ਤੇ ਪਲੱਸ ਚਾਰਜ ਹੋਣ ਕਾਰਨ ਅਤੇ ਨਿਊਟਰੋਨ 'ਤੇ ਜ਼ੀਰੋ ਚਾਰਜ ਹੋਣ ਕਰਕੇ ਇਹਨਾਂ ਦੋਨੋਂ ਨੂੰ ਜਮ੍ਹਾਂ ਕਰੋਗੇ ਆਨਸਰ ਕੀ ਆਏਗਾ? ਪਲੱਸ ਹੀ ਆਏਗਾ। ਇਸ ਕਰਕੇ ਨਿਊਕਲੀਅਸ 'ਤੇ ਕਿਹੜਾ ਚਾਰਜ ਹੁੰਦਾ ਹੈ? ਪਲੱਸ ਚਾਰਜ ਹੁੰਦਾ ਹੈ। ਪਹਿਲਾ ਪੁਆਇੰਟ ਇਹ ਹੈਗਾ ਜੀ। ਐਟਮ ਹੈਜ਼ ਨਿਊਕਲੀਅਸ ਵੇਅਰ ਆਲ ਪ੍ਰੋਟੋਨਸ ਐਂਡ ਨਿਊਟਰੋਨਸ ਆਰ ਪ੍ਰੈਜੈਂਟ। ਇਹਦੇ ਵਿੱਚ ਨਿਊਕਲੀਅਸ ਹੁੰਦਾ ਹੈ, ਸੈਂਟਰ 'ਚ ਹੀ ਹੁੰਦਾ। ਕਿੱਥੇ ਪਿਆ ਹੁੰਦਾ? ਇਟ ਇਜ਼ ਪ੍ਰੈਜੈਂਟ ਐਟ ਦ ਸੈਂਟਰ ਆਫ ਦ ਐਟਮ। ਦ ਸਾਈਜ਼ ਆਫ ਨਿਊਕਲੀਅਸ ਇਜ਼ ਵੈਰੀ ਸਮਾਲ। ਇਹਦਾ ਸਾਈਜ਼ ਬੜਾ ਛੋਟਾ ਹੈ। ਠੀਕ ਹੈ ਜੀ। ਅਤੇ ਨਿਊਕਲੀਅਸ 'ਤੇ ਕਿਹੜਾ ਚਾਰਜ ਹੁੰਦਾ ਹੈ? ਇੱਥੇ ਚਾਰਜ ਦੀ ਗੱਲ ਨਹੀਂ ਕੀਤੀ, ਇੱਥੇ ਤੁਸੀਂ ਲਿਖ ਸਕਦੇ ਹੋ ਨਿਊਕਲੀਅਸ 'ਤੇ ਨਿਊਕਲੀਅਸ ਹੈਜ਼ ਪੋਜ਼ੀਟਿਵ ਚਾਰਜ। ਕਿਹੜਾ ਚਾਰਜ ਹੈਗਾ? ਪਲੱਸ ਚਾਰਜ, ਪੋਜ਼ੀਟਿਵ ਚਾਰਜ। ਠੀਕ ਹੈ ਜੀ, ਪਹਿਲਾ ਪੁਆਇੰਟ ਕਲੀਅਰ ਹੋ ਗਿਆ। ਹੁਣ ਦੇਖੋ, ਕਹਿੰਦਾ ਨਿਊਕਲੀਅਸ ਦੇ ਆਲੇ ਦੁਆਲੇ, ਅੱਗੇ ਸ਼ੁਰੂ ਕਰਦੇ ਹਾਂ। ਪਹਿਲੇ ਮੈਂ ਨਿਊਕਲੀਅਸ ਬਣਾਤਾ। ਕਹਿੰਦਾ ਨਿਊਕਲੀਅਸ ਦੇ ਆਲੇ ਦੁਆਲੇ ਗੋਲ ਗੋਲ ਰਸਤੇ ਹੈਗੇ ਹੈ, ਸਰਕੂਲਰ ਰਸਤੇ, ਸਰਕਲ ਵਾਲੇ ਗੋਲ ਗੋਲ ਇਹ ਬਣੇ ਹੋਏ ਹੈ। ਇਹ ਛੋਟਾ ਰਸਤਾ, ਇਹ ਥੋੜ੍ਹਾ ਜਿਹਾ ਵੱਡਾ ਰਸਤਾ, ਇਹ ਹੋਰ ਵੀ ਥੋੜ੍ਹਾ ਵੱਡਾ ਰਸਤਾ। ਠੀਕ ਹੈ ਜੀ। ਇਹ ਰਸਤਿਆਂ ਨੂੰ ਕਹਿੰਦੇ ਹੈ ਔਰਬਿਟ। ਕੀ ਕਹਿੰਦੇ ਹੈ? ਟਰੈਕ, ਜਿੱਦਾਂ ਰੇਸਿੰਗ ਟਰੈਕ ਬਣੇ ਹੁੰਦੇ ਨਾ, ਉੱਦਾਂ ਹੀ ਕਹਿੰਦਾ ਨਿਊਕਲੀਅਸ ਦੇ ਆਲੇ ਦੁਆਲੇ ਰੇਸਿੰਗ ਟਰੈਕ ਬਣੇ ਹੋਏ ਹੈ। ਰੇਸਿੰਗ ਟਰੈਕ ਆਪਾਂ ਨਹੀਂ ਲਿਖਣਾ, ਆਪਾਂ ਲਿਖਾਂਗੇ ਸਰਕੂਲਰ ਪਾਥ। ਸਰਕਲ ਵਰਗਾ ਹੈਗਾ ਨਾ, ਇਸ ਕਰਕੇ ਇਹਨੂੰ ਕਹਾਂਗੇ ਰਸਤਾ ਹੈਗਾ। ਕੀ ਹੈਗਾ? ਸਰਕਲ ਵਰਗਾ। ਪਾਥ ਦਾ ਮਤਲਬ ਹੁੰਦਾ ਰਸਤਾ, ਸਰਕੂਲਰ ਪਾਥ। ਨਿਊਕਲੀਅਸ ਦੇ ਆਲੇ ਦੁਆਲੇ ਸਰਕੂਲਰ ਪਾਥ ਹੈਗੇ ਹੈ। ਠੀਕ ਹੈ ਜੀ। ਅਤੇ ਇਹਨਾਂ ਸਰਕੂਲਰ ਪਾਥ ਦਾ ਨਾਮ ਉਹਨੇ ਰੱਖਿਆ ਔਰਬਿਟ। ਕੀ ਰੱਖਿਆ ਜੀ? ਇਹ ਜਿਹੜਾ ਸਰਕਲ ਹੈ ਇਹਦਾ ਨਾਮ ਵੀ ਕੀ ਹੋਏਗਾ? ਔਰਬਿਟ। ਜਿਹੜਾ ਸਰਕੂਲਰ ਰਸਤਾ ਹੈ ਉਹਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ ਉਹਨੇ? ਔਰਬਿਟ ਜਾਂ ਸ਼ੈਲ। ਔਰਬਿਟ ਜਾਂ ਸ਼ੈਲ ਕਹਿਣਾ ਸ਼ੁਰੂ ਕਰ ਦਿੱਤਾ ਉਹਨੇ। ਸਮਝ ਲੱਗੀ? ਕਹਿੰਦਾ ਹੈ ਕਿ ਇਹਦੇ ਵਿੱਚ ਕੌਣ ਹੈ? ਇਹ ਗੱਡੀਆਂ ਕਿਹੜੀਆਂ ਚੱਲਦੀਆਂ ਪਈਆਂ ਨੇ? ਇਹ ਕਿਹੜੀਆਂ ਗੱਡੀਆਂ ਚੱਲਦੀਆਂ ਪਈਆਂ ਨੇ? ਇਹ ਚੀਜ਼ਾਂ ਹੈਗੀਆਂ ਇਲੈਕਟ੍ਰੋਨ। ਕੀ ਹੈਗੀਆਂ ਨੇ? ਇਹ ਗੱਡੀਆਂ ਕਾਲੀਆਂ ਕਾਲੀਆਂ ਗੱਡੀਆਂ ਕਿਹੜੀਆਂ ਹੈਗੀਆਂ ਨੇ? ਇਲੈਕਟ੍ਰੋਨ ਹੈਗੀਆਂ ਨੇ। ਕੀ ਹੈਗੀਆਂ ਨੇ? ਇਲੈਕਟ੍ਰੋਨ, 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 ਇਲੈਕਟ੍ਰੋਨ। ਯਾਨੀ ਕਿ ਤੁਸੀਂ ਵੇਖ ਸਕਦੇ ਹੋ ਸੈਂਟਰ 'ਚ ਨਿਊਕਲੀਅਸ ਹੈਗਾ ਅਤੇ ਉਹਦੇ ਆਲੇ ਦੁਆਲੇ ਰਸਤਿਆਂ ਦੇ ਕੌਣ ਚੱਕਰ ਲਾਉਂਦੇ ਪਏ? ਕੌਣ ਘੁੰਮਦੇ ਪਏ? ਇਲੈਕਟ੍ਰੋਨ ਘੁੰਮਦੇ ਪਏ। ਠੀਕ ਹੈ ਜੀ। ਆਹੀ ਅਗਲਾ ਪੁਆਇੰਟ ਆਇਆ। ਕਹਿੰਦਾ ਇਲੈਕਟ੍ਰੋਨ ਕੀ ਹੁੰਦੇ ਆ? ਨੈਗੇਟਿਵ ਚਾਰਜ ਵਾਲੇ। ਆਲ ਰਿਵੋਲਵਿੰਗ ਅਰਾਊਂਡ ਦ ਨਿਊਕਲੀਅਸ। ਨਿਊਕਲੀਅਸ ਦੇ ਆਲੇ ਦੁਆਲੇ ਘੁੰਮ ਰਹੇ ਨੇ। ਠੀਕ ਹੈ ਜੀ। ਇਨ ਸਰਕੂਲਰ ਪਾਥ ਕਾਲਡ ਔਰਬਿਟ। ਇਹਦਾ ਸਰਕੂਲਰ ਰਸਤਾ ਹੈਗਾ, ਇਹਦਾ ਨਾਮ ਔਰਬਿਟ ਹੈ। ਅਤੇ ਉਹਦੇ ਵਿੱਚ ਕੌਣ ਘੁੰਮ ਰਿਹਾ ਹੈਗਾ ਹੈ? ਇਲੈਕਟ੍ਰੋਨ ਘੁੰਮ ਰਿਹਾ ਹੈਗਾ ਹੈ। ਠੀਕ ਹੈ ਜੀ। ਔਰਬਿਟ ਦੀ ਵੈਲਿਊ, ਔਰਬਿਟ ਨੂੰ ਦਰਸਾਉਂਦੇ ਕਿਸ ਤਰ੍ਹਾਂ? ਔਰਬਿਟ ਨੂੰ ਐਨ ਨਾਲ ਦਰਸਾਉਂਦੇ ਹੈ। ਕਿੰਨਾ ਦਰਸਾਉਂਦੇ ਆ? ਔਰਬਿਟ ਆਫ ਇਲੈਕਟ੍ਰੋਨ ਇਜ਼ ਸ਼ੋਨ ਬਾਏ ਐਨ। ਅਤੇ ਐਨ ਦੀ ਵੈਲਿਊ ਘੱਟ ਤੋਂ ਘੱਟ 1 ਹੋ ਸਕਦੀ ਹੈ, ਤਾਂ 0 ਨਹੀਂ ਹੋ ਸਕਦੀ। ਇਹ ਪਹਿਲਾ ਰਸਤਾ ਹੈ, ਦੂਜਾ ਰਸਤਾ, ਤੀਜਾ ਰਸਤਾ। ਠੀਕ ਹੈ ਜੀ। ਐਨ ਦੀ ਵੈਲਿਊ ਘੱਟ ਤੋਂ ਘੱਟ ਕੀ ਹੋ ਸਕਦੀ? ਇੱਕ ਤੋਂ ਥੱਲੇ ਨਹੀਂ ਹੋ ਸਕਦੀ। ਰਸਤੇ ਕੋਈ ਰਸਤਾ ਹੈਗਾ ਉਹਨੂੰ ਪਹਿਲਾਂ ਕਹਾਂਗੇ, ਦੂਜਾ, ਤੀਜਾ। ਇੱਦਾਂ ਹੀ 0 ਰਸਤਾ ਤਾਂ ਕੋਈ ਹੁੰਦਾ ਨਹੀਂ ਨਾ। ਸਮਝ ਲੱਗ ਗਈ? ਇਹ ਪੁਆਇੰਟ ਦੂਜਾ ਪੁਆਇੰਟ ਹੋ ਗਿਆ ਬੋਹਰ ਦਾ। ਕਹਿੰਦਾ ਜੀ ਹੁਣ ਵੇਖੋ, ਕਹਿੰਦਾ ਜੇ ਇਲੈਕਟ੍ਰੋਨ ਕਿਸੇ ਔਰਬਿਟ 'ਚ ਘੁੰਮਦਾ ਪਿਆ ਹੈ ਅਤੇ ਉਹਦੀ ਕੋਈ ਮਤਲਬ ਕਿ ਮੋਮੈਂਟਮ ਹੋਏਗਾ।
ਤੁਰਦੀ ਚੀਜ਼ ਦਾ ਮੋਮੈਂਟਮ ਹੋਏਗਾ, ਐਂਗੂਲਰ ਮੋਮੈਂਟਮ ਹੋਏਗਾ। ਕੀ ਹੋਏਗਾ? ਸਰਕੂਲਰ ਪਾਥ 'ਚ ਘੁੰਮਦਾ ਪਿਆ ਤੇ ਇਸ ਕਰਕੇ ਉਹਦਾ ਐਂਗੂਲਰ ਮੋਮੈਂਟਮ ਹੋਏਗਾ। ਤੇ ਉਹਦੀ ਵੈਲਿਊ ਕੋਈ ਇਸ ਫਾਰਮੂਲੇ ਨਾਲ ਆਪਾਂ ਕੱਢ ਸਕਦੇ ਹਾਂ। ਉਹਦਾ ਫਾਰਮੂਲਾ ਆਉਂਦਾ MVR ਇਜ਼ ਇਕੁਅਲ ਟੂ NH/2π। ਇੱਥੇ n ਦੀ ਵੈਲਿਊ ਕੀ ਹੈਗੀ ਹੈ? ਔਰਬਿਟ ਦਾ ਨੰਬਰ। n ਕਿਹਦੇ ਬਰਾਬਰ ਹੈਗਾ? ਜਿਹੜਾ ਵੀ ਔਰਬਿਟ ਹੈ। ਜੇ ਔਰਬਿਟ ਪਹਿਲਾ ਸੀ ਤੇ n ਦੀ ਵੈਲਿਊ 1 ਭਰ ਦਾਂਗੇ, ਜੇ ਔਰਬਿਟ ਦੂਜਾ ਸੀ ਤੇ 2 ਭਰ ਦਾਂਗੇ, ਜੇ ਔਰਬਿਟ ਤੀਜਾ ਸੀ ਤੇ n ਦੀ ਵੈਲਿਊ 3 ਭਰ ਦਾਂਗੇ। ਠੀਕ ਹੈ ਜੀ। m ਮਾਸ ਹੈਗਾ ਕਿਹਦਾ? ਇਲੈਕਟ੍ਰੋਨ ਦਾ। v ਵੈਲੋਸਿਟੀ ਕੀ ਹੈ ਇਲੈਕਟ੍ਰੋਨ ਦੀ। r ਇਸ ਰਸਤੇ ਦਾ, ਜਿਹੜਾ ਵੀ ਰਸਤਾ ਘੁੰਮਦਾ ਪਿਆ, ਰੇਡੀਅਸ ਆਫ ਔਰਬਿਟ। ਰੇਡੀਅਸ ਆਫ ਔਰਬਿਟ, ਸਰਕਲ ਦਾ ਰੇਡੀਅਸ ਹੁੰਦਾ ਨਾ, ਇਹ ਸਰਕਲ ਹੈਗਾ, ਇਸका ਰੇਡੀਅਸ ਆਫ ਔਰਬਿਟ। ਤੇ h ਹੈਗਾ ਪਲੈਂਕਸ ਕਾਂਸਟੈਂਟ। ਪਲੈਂਕ ਦਾ ਕਾਂਸਟੈਂਟ, ਇਹ ਕੋਈ ਬੰਦਾ ਸੀ, ਉਹਦੇ ਨਾਂ ਤੇ ਰੱਖਿਆ ਗਿਆ ਇਹਨੂੰ ਪਲੈਂਕਸ ਕਾਂਸਟੈਂਟ। ਸਮਝ ਲੱਗੀ? ਤੇ ਐਂਗੂਲਰ ਮੋਮੈਂਟਮ ਤੁਸੀਂ ਕੱਢਣਾ ਹੋਵੇ ਕਿਸੇ ਵੀ ਇਲੈਕਟ੍ਰੋਨ ਦਾ ਔਰਬਿਟ ਵਿੱਚ, ਇਸ ਫਾਰਮੂਲੇ ਕੱਢ ਸਕਦੇ ਹੋ। MVR ਇਜ਼ ਇਕੁਅਲ ਟੂ NH/2π। ਹੁਣ ਵੇਖੋ, ਜੇ ਕੋਈ ਚੀਜ਼ ਤੁਰਦੀ ਵੀ ਉਹ 'ਚ એનર્ਜੀ ਹੋਏਗੀ। ਹੁਣ ਜੇ ਵੇਖੋ, ਜਿਹੜਾ ਇਲੈਕਟ੍ਰੋਨ ਹੈ ਛੋਟੇ ਰਸਤੇ 'ਚ ਘੁੰਮਦਾ ਹੈਗਾ ਉਹਨੂੰ એનર્ਜੀ ਘੱਟ ਚਾਹੀਦੀ ਹੋਏਗੀ, ਜਿਹੜਾ ਵੱਡੇ ਰਸਤੇ 'ਚ ਘੁੰਮਦਾ ਹੈਗਾ ਉਹਨੂੰ એનર્ਜੀ ਜ਼ਿਆਦਾ ਚਾਹੀਦੀ ਹੋਏਗੀ, ਜਿਹੜਾ ਹੋਰ ਵੱਡੇ ਰਸਤੇ 'ਚ ਘੁੰਮਦਾ ਹੈਗਾ ਉਹਨੂੰ એનર્ਜੀ ਜ਼ਿਆਦਾ ਚਾਹੀਦੀ ਹੋਏਗੀ। ਤੇ એનર્ਜੀ ਆਫ ਇਲੈਕਟ੍ਰੋਨ ਕੱਢਣੀ ਹੋਵੇ, ਹੁਣ ਵੇਖੋ, ਜਿੰਨੇ ਇੱਥੇ ਚੱਕਰ ਲਾਣਾ ਨਾ ਇਸ ਚੱਕਰ 'ਚ, ਜਿੰਨੀ ਇਸ ਚੱਕਰ ਦੀ એનર્ਜੀ ਹੈਗੀ ਹੈ ਉਨੀ ਹੀ ਇਲੈਕਟ੍ਰੋਨ ਦੀ એનર્ਜੀ ਹੋਣੀ ਚਾਹੀਦੀ। ਇਹ ਤੋਂ ਘੱਟ ਹੋਈ ਤਾਂ ਇਹ ਤੋਂ ਥੱਲੇ ਡਿੱਗ ਜਾਏਗਾ, ਇਹ ਤੋਂ ਵੱਧ ਇਹ ਤੋਂ ਉੱਤੇ ਚਲਾ ਜਾਏਗਾ। ਠੀਕ ਹੈ। ਜਿੰਨੀ ਇਸ ਰਸਤੇ ਦੀ એનર્ਜੀ ਹੋਏਗੀ ਉਨੀ ਹੀ એનર્ਜੀ ਇਲੈਕਟ੍ਰੋਨ ਦੀ ਹੋਏਗੀ। ਇਹ ਪਹਿਲੀ ਗੱਲ ਤੁਹਾਨੂੰ ਸਮਝ ਲੱਗ ਗਈ। ਅਗਲਾ ਪੁਆਇੰਟ ਇਹੀ ਹੈ, એનર્ਜੀ ਆਫ ਇਲੈਕਟ੍ਰੋਨ ਇਜ਼ ਇਕੁਅਲ ਟੂ એનર્ਜੀ ਆਫ ਔਰਬਿਟ ਇਨ ਵਿਚ ਇਲੈਕਟ੍ਰੋਨ ਇਜ਼ ਮੂਵਿੰਗ। ਜਿਸ 'ਚ ਇਲੈਕਟ੍ਰੋਨ ਘੁੰਮ ਰਿਹਾ ਹੈ ਉਹਦੇ ਬਰਾਬਰ, ਜਿਹੜੇ ਰਸਤੇ 'ਤੇ ਇਲੈਕਟ੍ਰੋਨ ਤੁਰ ਰਿਹਾ ਹੈ ਉਹਦੀ એનર્ਜੀ ਦੇ ਬਰਾਬਰ ਹੀ ਇਲੈਕਟ੍ਰੋਨ ਦੀ એનર્ਜੀ ਹੋਏਗੀ। ਕਿਉਂ? ਵੇਖੋ, ਜਿੱਦਾਂ ਮੰਨ ਲਓ ਤੁਹਾਨੂੰ ਖੇਡਾਂ ਹੁੰਦੀਆਂ, ਸਪੋਰਟਸ ਮੀਟ ਹੁੰਦੀ ਹੈ, ਐਥਲੈਟਿਕ ਹੁੰਦੀਆਂ ਨੇ, ਜਿਹੜਾ ਬੰਦਾ 100 ਮੀਟਰ ਦੌੜ ਲਾਉਣ ਵਾਸਤੇ ਰੱਖਿਆ ਹੁੰਦਾ ਉਹਦੀ એનર્ਜੀ ਲੈਵਲ ਅਲੱਗ ਹੁੰਦਾ, ਜਿਹੜਾ 1500 ਮੀਟਰ ਦੌੜਨ ਵਾਸਤੇ ਰੱਖਿਆ ਹੁੰਦਾ ਉਹਦੀ એનર્ਜੀ ਲੈਵਲ ਅਲੱਗ ਹੁੰਦਾ। ਠੀਕ ਹੈ ਨਾ? ਕਿਉਂਕਿ ਟਰੈਕ ਦੇ ਹਿਸਾਬ ਨਾਲ એનર્ਜੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹੀ ਇਹ ਟਰੈਕ ਹੈਗੇ ਆ, ਟਰੈਕ ਦੇ ਹਿਸਾਬ ਨਾਲ ਇਲੈਕਟ੍ਰੋਨ ਦੀ એનર્ਜੀ ਹੋਏਗੀ। ਠੀਕ ਹੈ। ਜੋ ਟਰੈਕ ਦੀ એનર્ਜੀ ਉਹੀ ਇਲੈਕਟ੍ਰੋਨ ਦੀ એનર્ਜੀ। ਤੇ ਉਹਨੂੰ ਕੱਢਣ ਦਾ ਫਾਰਮੂਲਾ ਕੀ ਹੈ? -13.6 ਡਿਵਾਈਡਡ ਬਾਈ n²। ਮਾਈਨਸ ਹੈਗਾ ਜੀ n²। ਠੀਕ ਹੈ। ਸਮਝ ਲੱਗ ਗਈ ਹੈ? ਤੇ ਇੱਥੇ n ਕੀ ਹੈ? n ਉਹੀ ਹੈ। n ਦੀ ਵੈਲਿਊ ਕੁਛ ਵੀ ਹੋ ਸਕਦੀ, ਘੱਟ ਤੋਂ ਘੱਟ ਕੀ ਹੋ ਸਕਦੀ ਹੈ? 1 ਹੋ ਸਕਦੀ ਹੈ। 1 ਤੋਂ ਉੱਪਰ ਜਿੰਨੀ ਮਰਜ਼ੀ 2 3 4 5 ਜੋ ਵੀ, ਜਿਸ ਵੀ ਇਲੈਕਟ੍ਰੋਨ, ਜਿਸ ਵੀ ਔਰਬਿਟ ਦੀ ਗੱਲ ਹੁੰਦੀ ਪਈ ਹੈ। ਠੀਕ ਹੈ ਜੀ। ਤੇ ਹੁਣ ਵੇਖੋ, ਕਹਿੰਦਾ ਜਿੰਨੀ ਦੇਰ, ਵੇਖੋ ਹੁਣ ਜਿਹੜਾ ਖਿਲਾੜੀ 100 ਮੀਟਰ ਦੀ ਦੌੜ ਲਾਏਗਾ ਉਹਦੀ ਨਾ એનર્ਜੀ ਵਧੇਗੀ ਨਾ ਘਟੇਗੀ। ਜਿਹੜਾ 1500 ਮੀਟਰ ਦੀ ਦੌੜ ਲਾਏਗਾ ਨਾ એનર્ਜੀ ਵਧੇਗੀ ਨਾ ਘਟੇਗੀ, ਉਹਦੇ ਟਰੈਕ ਦੇ ਬਰਾਬਰ ਹੀ ਰਹੇਗੀ। ਜੇ ਘਟ ਜਾਏਗੀ ਤਾਂ ਉਸ ਟਰੈਕ 'ਚ ਚੱਕਰ ਲਾਉਣਾ ਛੱਡ ਦੇਗਾ, ਜੇ ਘਟ ਜਾਏਗੀ ਥੱਲੇ ਆ ਜਾਏਗਾ, ਤੇ ਜੇ ਵੱਧ ਜਾਏਗੀ ਤੇ ਉੱਪਰ ਚਲਾ ਜਾਏਗਾ। ਇਹੀ ਹੋਏਗਾ ਨਾ। ਅਗਲਾ ਪੁਆਇੰਟ ਇਹੀ ਹੈ, ਕਹਿੰਦਾ until electron remain in same orbit it energy does not change। ਉਹਦੀ એનર્ਜੀ ਚੇਂਜ ਨਹੀਂ ਹੁੰਦੀ। એનર્ਜੀ ਚੇਂਜ ਉਦੋਂ ਹੀ ਹੁੰਦੀ ਹੈ when electron jump from one orbit to the other। ਜਦੋਂ ਇੱਕ ਔਰਬਿਟ ਤੋਂ ਦੂਜੀ ਔਰਬਿਟ 'ਚ ਛਲਾਂਗ ਲੱਗਦੀ ਹੈ। ਜੇ ਥੱਲੜੇ ਔਰਬਿਟ ਤੋਂ ਉੱਪਰਲੇ ਔਰਬਿਟ 'ਚ ਜਾਂਦੇ ਆ ਤਾਂ એનર્ਜੀ ਵਧੇਗੀ, ਜੇ ਉੱਪਰਲੇ ਔਰਬਿਟ ਤੋਂ ਥੱਲੜੇ ਔਰਬਿਟ 'ਚ ਆਉਂਦਾ ਪਿਆ ਤਾਂ એનર્ਜੀ ਘਟੇਗੀ। ਇੱਥੇ એનર્ਜੀ ਗੇਨ ਹੋਏਗੀ, એનર્ਜੀ ਗੇਨ ਹੋਏਗੀ, ਤੇ ਉੱਪਰੋਂ ਥੱਲੇ ਆਉਣ 'ਚ એનર્ਜੀ ਕੀ ਹੋਏਗੀ? ਲੂਜ਼ ਹੋਏਗੀ। ਇਹ ਦੋ ਚੀਜ਼ਾਂ ਤੁਸੀਂ ਲਿਖ ਲੈਣੀਆਂ ਹੈ। ਠੀਕ ਹੈ ਜੀ। ਸਮਝ ਲੱਗ ਗਈ? ਤੇ ਹੁਣ ਇਹ ਆਪਣਾ ਇਹ ਵੇਖੋ ਧਿਆਨ ਨਾਲ। ਅਗਲੀ ਗੱਲ, ਇੱਥੇ ਇੱਕ ਪੁਆਇੰਟ ਬੜਾ ਇੰਪੋਰਟੈਂਟ ਆ ਜਾਂਦਾ, ਉਹ ਇਹ ਆ ਜਾਂਦਾ ਹੈ, ਇੱਥੇ ਵੇਖੋ, ਇਹ ਪਹਿਲੇ ਔਰਬਿਟ 'ਚ ਸਿਰਫ 2 ਗੱਡੀਆਂ ਚੱਕਰ ਲਾਉਂਦੀਆਂ ਪਈਆਂ, ਦੂਜੇ ਔਰਬਿਟ 'ਚ 1 2 3 4 5 6 ਐਂਡ 2 ਹੋਰ ਆ ਸਕਦੀਆਂ, 7 ਤੇ 8। ਤੀਜੀ ਔਰਬਿਟ 'ਚ ਵੀ ਇਸ ਤਰ੍ਹਾਂ ਹੀ, ਇਹ ਕਿੰਨੀਆਂ ਹੈਗੀਆਂ ਨੇ? 1 2 3 4 ਵਿਖਾਈਆਂ, 5 6 7 ਤੇ 8। ਤੀਜੀ ਔਰਬਿਟ 'ਚ ਵੀ 8 ਆ ਸਕਦੀਆਂ ਨੇ। ਕਹਿੰਦਾ ਹਰ ਔਰਬਿਟ 'ਚ ਕਿੰਨੀਆਂ ਗੱਡੀਆਂ ਚੱਕਰ ਲਾ ਸਕਦੀਆਂ ਨੇ? ਉਹ ਡਿਪੈਂਡ ਕਰਦਾ। ਕਹਿੰਦਾ ਮੈਕਸੀਮਮ ਨੰਬਰ ਆਫ ਇਲੈਕਟ੍ਰੋਨਸ ਇਨ ਔਰਬਿਟ। ਗੱਡੀ ਜਿਹੜੀ ਹੈਗੀ ਇਲੈਕਟ੍ਰੋਨ ਹੈਗੀ, ਮੈਕਸੀਮਮ ਨੰਬਰ ਕਿੰਨੇ, ਇੱਕ ਔਰਬਿਟ 'ਚ ਕਿੰਨੇ ਇਲੈਕਟ੍ਰੋਨ ਆ ਸਕਦੇ ਨੇ? ਮੈਕਸੀਮਮ ਕਿੰਨੇ ਇਲੈਕਟ੍ਰੋਨ ਆ ਸਕਦੇ? ਉਹਦਾ ਫਾਰਮੂਲਾ ਹੈਗਾ 2n²। ਕੀ ਹੈਗਾ ਉਹਦਾ ਫਾਰਮੂਲਾ? 2n²। ਆਹ ਦੇਖੋ ਇੱਥੇ n ਦੀ ਵੈਲਿਊ ਘੱਟ ਤੋਂ ਘੱਟ ਕੀ ਹੋ ਸਕਦੀ? 1 ਹੋ ਸਕਦੀ। ਜੇ 1 ਦਾ ਸਕੇਅਰ ਕਰ ਦੋਗੇ ਤਾਂ 2 × 1 ਕਿੰਨਾ ਆ ਜਾਏਗਾ? 2। ਯਾਨੀ ਕਿ ਪਹਿਲੇ ਔਰਬਿਟ 'ਚ ਸਿਰਫ 2 ਹੀ ਇਲੈਕਟ੍ਰੋਨ ਹੁੰਦੇ ਆ। ਜੇ ਅਗਲੇ n ਦੀ ਵੈਲਿਊ 2 ਭਰ ਦੋਗੇ, 2 × 2 ਦਾ ਸਕੇਅਰ ਕਿੰਨਾ ਹੋ ਗਿਆ ਜੀ? ਦੇਖੋ, ਇਹਦਾ ਮਤਲਬ ਹੈ 2 × 4 8। ਦੂਜੀ ਔਰਬਿਟ 'ਚ 8 ਇਲੈਕਟ੍ਰੋਨ ਭਰ ਸਕਦੇ ਹੋ ਮੈਕਸੀਮਮ, ਇਸ ਤੋਂ ਵੱਧ ਨਹੀਂ ਆ ਸਕਦਾ ਦੂਜੀ ਔਰਬਿਟ 'ਚ। ਇਹ ਗੱਲ ਪੱਕੀ ਜੀ। ਇੱਦਾਂ ਅੱਗੇ n ਦੀ ਵੈਲਿਊ ਭਰੀ ਜਾਓ, ਵੇਖ ਲਈ ਜਾਓ। ਤੇ ਤੀਜੇ 'ਚ ਕਿੰਨੇ ਆ ਸਕਦੇ ਆ? 18 ਆ ਸਕਦੇ। 3 ਦਾ ਸਕੇਅਰ ਕਿੰਨਾ ਹੋ ਗਿਆ? 2 × 9 18। ਠੀਕ ਹੈ ਜੀ। ਤੀਜੇ 'ਚ 18, ਇਸ ਤਰ੍ਹਾਂ ਅੱਗੇ ਕੈਲਕੂਲੇਟ ਕਰੀ ਜਾ ਸਕਦੇ ਹੋ। ਠੀਕ ਹੈ ਜੀ। ਹੁਣ ਇਹਨੂੰ ਮੈਂ ਤੁਹਾਨੂੰ ਦਿਖਾਉਂਦਾ ਵਾ, ਇਹ ਤੁਸੀਂ ਪੁਆਇੰਟ ਨੋਟ ਕਰ ਲਏ। ਬੋਹਰ ਮਾਡਲ ਦੇ ਇਹ ਪੁਆਇੰਟ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਤੁਹਾਨੂੰ ਦੱਸਦਾ ਹੈ
ਇਨ ਤੁਸੀਂ ਆਪਣਾ ਰਿਜ਼ਲਟ ਕੀ ਲਿਖ ਸਕਦੇ ਹੋ, ਤੁਹਾਨੂੰ ਇਹ ਸਮਝ ਆ ਗਈ ਹੋਏਗੀ। ਇੱਕ ਨਿਊਕਲੀਅਸ ਹੁੰਦਾ ਹੈ, ਨਿਊਟਰੋਨ ਤੇ ਪ੍ਰੋਟੋਨ ਕਿੱਥੇ ਪਏ ਹੈ, ਨਿਊਕਲੀਅਸ 'ਚ, ਤੇ ਇਲੈਕਟ੍ਰੋਨ ਆਰਬਿਟ 'ਚ ਘੁੰਮ ਰਿਹਾ ਹੈ ਨਿਊਕਲੀਅਸ ਦੇ ਆਲੇ ਦੁਆਲੇ। ਸਮਝ ਲੱਗ ਗਈ। ਇਹ ਦੋਨੋਂ ਇਕੱਠੇ ਨਿਊਕਲੀਅਸ 'ਚ ਪਏ ਹੁੰਦੇ ਆ ਤੇ ਇਹ ਇਲੈਕਟ੍ਰੋਨ ਦੇ ਆਲੇ ਦੁਆਲੇ ਚੱਕਰ ਲਾਉਂਦਾ ਹੁੰਦਾ। ਇਹਦਾ ਇੱਕ ਮੈਂ ਤੁਹਾਨੂੰ ਐਨੀਮੇਸ਼ਨ ਦਿਖਾਉਂਦਾ ਹਾਂ, ਬੜੀ ਸੋਹਣੀ ਮੈਂ ਦੇਖੀ ਹੈ, ਤੁਸੀਂ ਵੀ ਦੇਖੋ। ਆ ਦੇਖੋ, ਆ ਦੇਖੋ, ਆ ਸੈਂਟਰ 'ਚ ਨਿਊਕਲੀਅਸ ਪਿਆ ਹੋਇਆ ਹੈ, ਆ ਸੈਂਟਰ 'ਚ ਨਿਊਕਲੀਅਸ ਪਿਆ ਹੋਇਆ ਹੈ। ਇਹ ਵਿਜਨ ਵਾਲਿਆਂ ਦੀ ਬੜੀ ਸੋਹਣੀ ਮਤਲਬ ਐਨੀਮੇਸ਼ਨ ਹੈਗੀ, ਮੈਨੂੰ ਚੰਗੀ ਲੱਗੀ। ਤੇ ਆ ਵੇਖੋ ਸਰ ਟਰੈਕ ਬਣੇ ਹੋਏ ਆ। ਇਹ ਕੌਣ ਘੁੰਮ ਰਿਹਾ, ਵੇਖੋ ਕੌਣ ਘੁੰਮ ਰਿਹਾ, ਇਹ ਘੁੰਮ ਰਿਹਾ ਇਲੈਕਟ੍ਰੋਨ। ਇਹ ਕਾਲਾ ਕੀ ਕਾਲਾ ਕਾਲਾ ਕੀ ਹੈਗਾ, ਇਲੈਕਟ੍ਰੋਨ ਹੈਗਾ, ਮੈਨੂੰ ਫੜ ਹੀ ਨਹੀਂ ਪਾ ਰਿਹਾ। ਠੀਕ ਹੈ ਜੀ, ਇਹ ਕਿੱਡੀ ਸਪੀਡ ਨਾਲ ਦੌੜ ਰਿਹਾ। ਇਹ ਤਾਂ ਇੱਥੇ ਵਿਖਾਇਆ ਨਾ, ਬਾਕੀ ਰਸਤਿਆਂ 'ਚ ਵੀ ਹੋਣਗੇ। ਇਹ ਤੇ ਇੱਕੋ ਦਿਖਾਇਆ ਇਹਨਾਂ ਨੇ, ਬਸ ਮਾਡਲ ਤੁਹਾਨੂੰ ਵਧੀਆ ਲੱਗੇ ਦੇਖਣ 'ਚ। ਚੱਕਰ ਲੱਗ ਰਿਹਾ ਇਲੈਕਟ੍ਰੋਨ ਨਿਊਕਲੀਅਸ ਦੇ ਆਲੇ ਦੁਆਲੇ, ਇੱਦਾਂ ਹੀ ਧਰਤੀ ਦਾ, ਇਹ ਮੰਨ ਲਓ ਤੁਹਾਡਾ ਸੂਰਜ ਹੈ, ਧਰਤੀ ਦੇ ਆਲੇ ਦੁਆਲੇ ਚੱਕਰ ਲਾਉਣ ਦੀ ਸੇਮ ਹੀ ਗੱਲ ਹੋ ਗਈ। ਠੀਕ ਹੈ ਜੀ। ਤੇ ਆਹ ਜਿਹੜੇ ਟਰੈਕ ਹੈਗੇ ਆ, ਇਹਨਾਂ ਨੂੰ ਆਪਾਂ ਕੀ ਕਵਾਂਗੇ, ਆਰਬਿਟ ਕਵਾਂਗੇ। ਕੀ ਕਵਾਂਗੇ, ਆਰਬਿਟ ਕਵਾਂਗੇ। ਹੁਣ ਵੇਖੋ, ਜਿੰਨੀ ਦੇਰ ਉਹ ਇੱਕੋ ਟਰੈਕ 'ਚ ਰਹਿੰਦੇ ਆ, ਉਹਦੀ ਨਾ ਐਨਰਜੀ ਵਧਣ ਦੀ ਹੈ ਘਟਣ ਦੀ ਹੈ। ਹੁਣ ਆ ਵੇਖੋ, ਦੇਖੋ ਥੱਲੇ ਲਿਖਿਆ ਐਡ ਐਨਰਜੀ। ਹੁਣ ਮੈਂ ਇੱਥੋਂ ਵੇਖੋ, ਇਹ ਥੱਲੇ ਵੈਲਿਊ ਲਿਖੀ ਕਿੰਨੀ ਕਿੰਨੀ ਐਨਰਜੀ ਐਡ ਕਰਾਂ। ਜੇ ਮੈਂ ਮਾੜੀ ਜਿਹਾ ਵੇਖੋ ਇੰਨੀ ਕੁ ਐਨਰਜੀ ਐਡ ਕੀਤੀ, ਇਹਨੇ ਇੱਕ ਆਰਬਿਟ ਤੋਂ ਨਹੀਂ ਗਿਆ, ਲੈ ਐਡ ਨਹੀਂ ਹੋਈ, ਰੁਕ ਜਾਓ। ਆ ਦੇਖੋ, ਹੁਣ ਮੈਂ ਐਨਰਜੀ ਐਡ ਕਰਨ ਲੱਗਾ ਜੀ। ਆ ਦੇਖੋ, ਇਹ ਇੱਥੋਂ ਐਡ ਕੀਤੀ ਆ, ਵੈਲਿਊ ਇੱਥੇ ਆ ਗਈ ਨਾ, ਇਹ ਇੱਥੋਂ ਹੀ ਜੰਪ ਕਰਕੇ ਇੱਥੇ ਚਲਾ ਗਿਆ। ਹੁਣ ਆ ਵੇਖੋ, ਫਿਰ ਆ ਪੀਲਾ ਜਿਹਾ ਬਟਨ ਦੱਬਣ ਲੱਗਾ ਜੀ। ਆ ਵੇਖੋ, ਇਹ ਚੱਲ ਗਿਆ ਅਗਲੇ 'ਚ। ਇਹ ਹੋਰ ਵੱਡੇ ਟਰੈਕ 'ਚ ਮੈਂ ਐਡ ਕਰਦਾ ਪਿਆ ਐਨਰਜੀਆਂ। ਠੀਕ ਹੈ, ਸਮਝ ਲੱਗੀ। ਹੁਣ ਇਹ ਵੇਖੋ, ਜਿੰਨ ਦੇਰ ਮੈਂ ਐਨਰਜੀ ਐਡ ਨਹੀਂ ਕਰੂੰਗਾ ਇਹ ਬਾਹਰ ਨਹੀਂ ਜਾਏਗਾ। ਇਹ 'ਚ ਮੈਂ ਹੋਰ ਐਨਰਜੀ ਐਡ ਕਰਾਂ ਤੇ ਇਹ ਵੇਖੋ ਥੱਲੇ ਆ ਗਿਆ ਜੀ, ਆ ਬਾਹਰ ਨਿਕਲ ਗਿਆ ਜੀ। ਬਹੁਤ ਜ਼ਿਆਦਾ ਐਨਰਜੀ ਦੇਤੀ ਤੇ ਬਾਹਰ ਨਿਕਲ ਗਿਆ। ਫਿਰ ਤਾਂ ਲਾਈ ਵਾਪਸ ਉਹਨੂੰ, ਆ ਲੋ ਘੁੰਮਦਾ ਪਿਆ ਜੀ। ਜਿੰਨ ਦੇਰ ਮੈਂ ਐਨਰਜੀ ਐਡ ਨਹੀਂ ਕਰਾਂਗਾ ਉਹ ਥੱਲੇ ਉਹਦੇ ਉੱਪਰਲੇ ਟਰੈਕ 'ਚ ਨਹੀਂ ਜਾਏਗਾ। ਆ ਵੇਖੋ ਚੱਲ ਗਿਆ। ਹੁਣ ਮੈਂ ਇੱਥੋਂ ਥੱਲੇ ਐਨਰਜੀ ਲੈ ਕੇ ਆਵਾਂ। ਠੀਕ ਹੈ ਜੀ, ਹੌਲੀ ਹੌਲੀ ਜੋ ਜੋ ਐਨਰਜੀ ਐਡ ਕਰੀ ਜਾਊਂਗਾ ਬਾਹਰ ਨਿਕਲ ਜਾਏਗਾ। ਹੌਲੀ ਵੇਖੋ, ਉਹ ਨਿਕਲ ਗਿਆ ਜੀ ਬਾਹਰ। ਸਮਝ ਲੱਗੀ। ਮੇਰੇ ਖਿਆਲ ਨਾਲ ਤੁਹਾਨੂੰ ਇਹ ਗੱਲ ਸਮਝ ਲੱਗ ਗਈ ਹੋਣੀ ਹੁਣ ਤੱਕ। ਇਹ ਬੋਹਰ ਮਾਡਲ ਹੈਗਾ ਜੀ। ਠੀਕ ਹੈ, ਜਿੰਨੀ ਦੇਰ ਇੱਕੋ ਟਰੈਕ 'ਚ ਰਹੇਗਾ ਨਾ ਐਨਰਜੀ ਵਧੇਗੀ ਨਾ ਐਨਰਜੀ ਘਟੇਗੀ। ਠੀਕ ਹੈ ਜੀ, ਸੋਹਣਾ ਨਾ ਮਾਡਲ। ਚਲੋ ਜੀ, ਅੱਗੇ ਦੇਖਦੇ ਹਾਂ ਹੋਰ ਕੋਈ ਗੱਲਬਾਤ। ਬਸ ਹੁਣ ਅਗਲੇ ਲੈਕਚਰ 'ਚ ਮੈਂ ਇਹਦੀਆਂ ਤੁਹਾਨੂੰ ਲਿਮੀਟੇਸ਼ਨਸ ਦੱਸਾਂਗਾ ਬੋਹਰ ਦੇ ਮਾਡਲ ਦੀਆਂ। ਇਹ ਪੁਆਇੰਟ ਹੈਗੇ ਬੋਹਰ ਦੇ ਮਾਡਲ ਦੇ, ਤੇ ਅਗਲੇ ਲੈਕਚਰ ਤੁਹਾਨੂੰ ਮੈਂ ਉਹਦੀਆਂ ਲਿਮੀਟੇਸ਼ਨਾਂ ਦੱਸਦਾ ਹਾਂ।